ਸ੍ਰੀਕਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰ ਜੋ ਮੁੱਦਾ ਬਣੇ ਲੈ ਕੇ ਖਬਰ ਜੋ ਮੁੱਦਾ ਬਣੇ ਦੇ ਵਿੱਚ ਅੱਜ ਗੱਲ ਰਿਸ਼ਤਿਆਂ ਦੀ ਪੰਜਾਬ ਦੇ ਫਿਰੋਜ਼ਪੁਰ ਤੋਂ ਲੈ ਕੇ ਹਰਿਆਣਾ ਦੇ ਫਤਿਹਾਬਾਦ ਦੇ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜੋ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀਆਂ ਨੇ ਨਾਲ ਅੱਜ ਗੱਲ ਚੰਡੀਗੜ੍ਹ ਦੀ ਵੀ ਕਰਾਂਗੇ ਕਿ ਪਾਰਕਿੰਗ ਵਰਗੀ ਛੋਟੀ ਜਿਹੀ ਸਮੱਸਿਆ ਤੋਂ ਬਾਅਦ ਕਿਵੇਂ ਲੋਕ ਆਪਣਾ ਆਪਾ ਗਵਾ ਰਹੇ ਨੇ। ਪਰ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਬਾਪ ਤੇ ਧੀ ਦੇ ਰਿਸ਼ਤੇ ਦੇ ਨਾਲ। ਫਿਰੋਜ਼ਪੁਰ ਦੇ ਵਿੱਚ ਇੱਕ ਕਲਯੁਗੀ ਬਾਪ ਦੀ ਕਾਲੀ ਕਰਤੂਤ ਸਾਹਮਣੇ ਆਈ ਹੈ ਜਿਸ ਨੇ ਆਪਣੀ ਹੀ ਮਾਸੂਮ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਧੀ ਦੀ ਉਮਰ ਸੁਣੋਗੇ ਤਾਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਸਕ ਜਾਏਗੀ। ਫਿਰੋਜ਼ਪੁਰ 'ਚ ਕਲਯੁਗੀ ਬਾਪ ਨੇ ਰਿਸ਼ਤਿਆਂ ਦੀ ਮਰਿਆਦਾ ਤਾਰ-ਤਾਰ ਕਰ ਦਿੱਤੀ। ਨਸ਼ੇ 'ਚ ਧੁੱਤ ਹੋ ਕੇ ਇਸ ਦਰਿੰਦੇ ਨੇ ਆਪਣੀ ਹੀ 3 ਸਾਲ ਦੀ ਮਾਸੂਮ ਨਾਲ ਉਹ ਕਾਰਾ ਕੀਤਾ ਹੈ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਉੱਠੇਗੀ। ਇਸ ਕਲਯੁਗੀ ਬਾਪ ਨੇ ਆਪਣੀ ਹੀ ਧੀ ਨਾਲ ਰੇਪ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਜਿਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੱਚੀ ਉਸ ਵੇਲੇ ਘਰ 'ਚ ਇਕੱਲੀ ਸੀ। ਸਾਡੇ ਵੱਡੇ ਵੀਰ ਨੇ ਆਪਣੀ ਗੁੱਡੀਆਂ ਨਾਲ ਹੀ ਬੜੀ ਘਿਨੌਣੀ ਹਰਕਤ ਕੀਤੀ ਆ ਔਰ ਅਸੀਂ ਹੁਣ ਬੱਚੇ ਨੂੰ ਇੱਥੇ ਲੈ ਕੇ ਆਏ। ਬੱਚੇ ਦੀ ਬਹੁਤ ਹਾਲਤ ਗੰਭੀਰ ਆ, ਬਹੁਤ ਐਮਰਜੈਂਸੀ ਦੇ ਵਿੱਚ ਖੜ੍ਹੇ ਅਸੀਂ ਸਿਵਲ 'ਚ ਲੈ ਕੇ ਆਏ। ਬੱਚੇ ਦੇ ਡੈਡੀ ਹੋਣੀ ਉਹਨਾਂ 3 ਸਾਲ ਦੀ ਗੁੱਡੀਆ ਵਾ, ਉਹਦੇ ਨਾਲ ਬਹੁਤ ਗਲਤ ਕੰਮ ਕਰਿਆ ਵਾ। ਦਾਰੂ ਪੀ ਕੇ ਇਹੋ ਜਿਹੀ ਘਿਨੌਣੀ ਹਰਕਤ ਕੀਤੀ ਇਹਨਾਂ। ਤੁਸੀਂ ਪੁਲਿਸ ਰਿਪੋਰਟ ਕੀਤੀ? ਹਾਂਜੀ ਸਰ, ਅਸੀਂ ਪੁਲਿਸ ਰਿਪੋਰਟ ਕਰਤੀ ਆ ਤੇ ਪੁਲਿਸ ਲੈ ਗਈ ਇੱਕ ਵਾਰੀ ਫੜ ਕੇ ਉਹਨਾਂ ਨੂੰ। ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਧਰ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ बाप ਨੂੰ गिरफ्तार कर लिया गया। ये फादर है लड़की का और इसने रेप कमिट किया है। अपनी लड़की जो है घर में इसके साथ अकेली थी, इसकी जो मदर थी वो घर पे नहीं थी और नशा किया हुआ और इसने नशा किया हुआ था। नशे के उसमें इसने सारा ये किया है, रेप किया है। FIR दर्ज की गई है और इसकी कार्रवाई चल रही है आगे। ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਅਜਿਹੀਆਂ ਵਾਰਦਾਤਾਂ ਦਿਨੋਂ ਦਿਨ ਵਧ ਰਹੀਆਂ ਜੋ ਇਹ ਸੋਚਣ ਨੂੰ ਮਜਬੂਰ ਕਰਦੀਆਂ ਹੈ ਕਿ ਆਖਰ ਸਾਡਾ ਸਮਾਜ ਕਿਸ ਦਿਸ਼ਾ ਵੱਲ ਵਧ ਰਿਹਾ ਹੈ। ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18। ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਨੇ ਆਪਣੇ ਪੁੱਤਰਾਂ ਤੇ ਹੀ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਪੁੱਤਰ ਮਾਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਵੀ ਦੱਸ ਰਹੇ ਨੇ। ਸੇਵਾ ਕਰਨ ਦੀ ਥਾਂ ਤੇ ਧੱਕੇ ਮਾਰਦੇ ਆ। ਅੰਮ੍ਰਿਤਸਰ ਦੇ ਪਿੰਡ ਪਿੱਟੇਵੰਡ ਦੀ ਇੱਕ ਬਜ਼ੁਰਗ ਜਗਜੀਤ ਕੌਰ ਨੇ ਆਪਣੇ ਪੁੱਤਰਾਂ ਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਹੈ। ਜਗਜੀਤ ਕੌਰ ਦਾ ਇਲਜ਼ਾਮ ਹੈ ਕਿ ਉਸਦੇ ਪੁੱਤਰਾਂ ਨੇ ਧੋਖੇ ਨਾਲ ਉਸਦੀ ਜ਼ਮੀਨ ਵਿਕਵਾ ਦਿੱਤੀ ਅਤੇ ਬਦਸਲੂਕੀ ਕਰ ਉਸ ਨੂੰ ਘਰੋਂ ਕੱਢ ਦਿੱਤਾ। ਸੇਵਾ ਕਰਨ ਦੀ ਥਾਂ ਤੇ ਧੱਕੇ ਮਾਰਦੇ ਆ। ਮਾਰ ਕੁਟਾਈ ਮੇਰਾ ਹੱਕ ਮੈਨੂੰ ਸਰਕਾਰ ਦਵੇ ਤੋ ਧੱਕੇ ਨਾਲ ਗੂਠਾ ਲਵਾਇਆ। ਮੁੜ ਕੇ ਮੈਂ ਬੰਕ 'ਚ ਮੈਨੂੰ ਲੈ ਕੇ ਗਏ ਆ। ਉਥੇ ਨਾ ਮੈਨੂੰ ਨਹੀਂ ਦੱਸਿਆ ਕੁਛ ਵੀ ਕੀ ਕਰਨ ਲੱਗੇ ਆ। ਮੈਨੂੰ ਕੀ ਪਤਾ ਮੇਰੇ ਨਾਲ ਕੀ ਧੋਖਾ ਕਰਨ ਡਏ ਆ। ਉਧਰ ਮਾਤਾ ਦੇ ਇਨ੍ਹਾਂ ਇਲਜ਼ਾਮਾਂ ਤੇ ਇੱਕ ਪੁੱਤਰ ਨੂੰ ਛੱਡ ਬਾਕੀ ਇਕਜੁੱਟ ਨਜ਼ਰ ਆ ਰਹੇ ਨੇ। ਪੁੱਤਰਾਂ ਦਾ ਇਲਜ਼ਾਮ ਹੈ ਕਿ ਜਿਹੜੀ ਜ਼ਮੀਨ ਵੇਚੀ ਗਈ ਉਹ ਉਹਨਾਂ ਨੇ ਆਪਣੀ ਕਮਾਈ ਨਾਲ ਖਰੀਦੀ ਸੀ। ਮਾਤਾ ਨੇ ਖੁਦ ਹਿੱਸੇ ਕੀਤੇ ਅਤੇ ਹੁਣ ਭਰਾ ਸੁਖਜਿੰਦਰ ਸਿੰਘ ਦੇ ਬਹਿਕਾਵੇ ਵਿੱਚ ਆ ਕੇ ਮਾਂ ਉਹਨਾਂ ਦੇ ਖਿਲਾਫ ਬੇਬੁਨਿਆਦ ਇਲਜ਼ਾਮ ਲਾ ਰਹੀ ਹੈ। ਭਰਾਵਾਂ ਮੁਤਾਬਿਕ ਸੁਖਜਿੰਦਰ ਸਿੰਘ ਨੂੰ ਮਾਂ ਪਹਿਲਾਂ ਹੀ ਬੇਦਖਲ ਕਰ ਚੁੱਕੀ ਸੀ ਅਤੇ ਉਹ ਵੱਖ ਰਹਿੰਦਾ ਸੀ। ਮਾਤਾ ਸਾਡੀ ਜਗਜੀਤ ਕੌਰ ਨੇ ਜਿਹੜੇ ਦਰਖਾਸਤ ਦਿੱਤੀ ਆ ਔਰ ਕਿਹਾ ਵੀ ਮੇਰੀ ਜ਼ਮੀਨ ਵੇਚ ਕੇ ਖਾ ਗਏ, ਉਹ ਸਾਡੇ ਆਪਣੀ ਮਿਹਨਤ ਦੀ ਬਣਾਈ ਹੋਈ ਜ਼ਮੀਨ ਸੀ। ਕੋਈ ਨਹੀਂ, ਇਹਨੇ ਸਹਿਮਤੀ ਦੇ ਨਾਲ ਸਭ ਕੁਝ ਕੀਤਾ ਵਾ, ਸਹਿਮਤੀ ਦੇ ਨਾਲ ਪੈਸੇ ਵੰਡੇ ਆ। ਮੇਰੀ ਮਾਤਾ ਨੇ ਜੋ ਸਾਡੇ ਦੇ ਇਲਜ਼ਾਮ ਲਾਏ ਨੇ ਉਹ ਗਲਤ ਲਾਏ ਨੇ ਤੇ ਨਾ ਅਸੀਂ ਮਾਤਾ ਨੂੰ ਕਦੀ ਕੁੱਟਿਆ, ਨਾ ਕਦੀ ਮਾਰਿਆ, ਨਾ ਅਸੀਂ ਇਹ ਕੰਮ ਕਰਦੇ, ਨਾ ਸਾਡੇ ਪਰਿਵਾਰ 'ਚ ਹੀ ਕੋਈ ਕਰਦਾ ਹੈ। ਤੇ ਜਿਹੜਾ ਉਹਨੇ ਸਾਡੇ ਦੇ ਲਾਇਆ ਇਲਜ਼ਾਮ ਬਿਲਕੁਲ ਗਲਤ ਲਾਏ ਨੇ ਤੇ ਉਹਨੇ 3 ਰਜਿਸਟਰੀਆਂ
ਕੀਤੀਆਂ ਆਪਣੀ ਮਰਜ਼ੀ ਨਾਲ। ਫਿਲਹਾਲ ਇਸ ਮਾਮਲੇ 'ਚ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਅਤੇ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ। ਜ਼ਾਹਿਰ ਹੈ ਜਾਂਚ ਤੋਂ ਬਾਅਦ ਹੀ ਇਲਜ਼ਾਮ ਤਰਾਸ਼ੀਆਂ ਦਾ ਸੱਚ ਸਾਹਮਣੇ ਆ ਸਕੇਗਾ। ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18। उधर हरियाणा के फतेहाबाद दे विच पुलिस ने विआह के नाम से धोखाधड़ी करने वाले NRI नूं गिरफ्तार किया है। मुलजम हुण तक 1-2 नहीं बल्कि 4-4 विआह करवा चुका सी। चौथी पत्नी की शिकायत ते उसनूं फिर काबू कर लिया गया। ਵਿਆਹ ਦੇ ਨਾਮ ਤੇ ਫਰਜ਼ੀਵਾੜੇ ਕਰਨ ਵਾਲੇ NRI ਲਾੜਿਆਂ ਦਾ ਸੰਤਾਪ ਸਿਰਫ ਪੰਜਾਬ ਦੀਆਂ ਧੀਆਂ ਹੀ ਨਹੀਂ ਹੰਡਾ ਰਹੀਆਂ। ਅਜਿਹੇ ਲਾੜਿਆਂ ਦਾ ਸ਼ਿਕਾਰ ਹਰਿਆਣੇ ਦੀਆਂ ਧੀਆਂ ਵੀ ਹੋ ਰਹੀਆਂ ਨੇ। ਤਸਵੀਰਾਂ 'ਚ ਨਜ਼ਰ ਆ ਰਹੇ ਇਸ ਸ਼ਖਸ ਦਾ ਇਹ ਪਹਿਲਾ ਵਿਆਹ ਨਹੀਂ, ਇਸ ਤੋਂ ਪਹਿਲਾਂ ਵੀ ਇਹ 3 ਵਿਆਹ ਕਰਵਾ ਚੁੱਕਾ ਹੈ। ਚੌਥੀ ਪਤਨੀ ਨਾਲ ਵਿਆਹ ਤੋਂ ਬਾਅਦ ਇਹ ਅਮਰੀਕਾ ਚਲਾ ਗਿਆ ਅਤੇ ਫਿਰ ਸੰਪਰਕ ਤੋੜ ਦਿੱਤਾ। ਬਾਅਦ 'ਚ ਉਸ ਦਾ ਪਰਿਵਾਰ ਪੀੜਤਾਂ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕਰਨ ਲੱਗਾ। मेरा हस्बैंड है NRI, शादी की थी मेरे से 18 फरवरी 2019 को। शादी करने के बाद 21 मार्च तक यानी कि 1 महीना वो मेरे साथ रहा, वहाँ सब कुछ ठीक रहा। उसके बाद ये अमेरिका चला गया 21-22 मार्च को। वहाँ जाने के बाद इसने कुछ ना फ़ोन उठाए ना बात करी। फिर मेरे को एक दिन फ़ोन करके कहता 2-3 दिन बाद कि मेरे को जो है वो मैरिज सर्टिफिकेट वाली फ़ाइल तू यहाँ रोहतक पहुँचा दें, मेरा कोई दोस्त है मैं उसको दे दूँगा। उसके बाद इन्होंने सारा मेरे से सोना ले लिया, ऐसे ही झूठ बोल के मुझे पैसों की ज़रूरत है, जितना भी मेरा सारा सोना था वो भी इन्होंने मेरे से झूठ बोल के मंगवा लिया। मैं उसके बाप को सोना दे आई। पीड़िता ने 3 महीने पहला अपने पति खिलाफ शिकायत दर्ज करवाई सी, पर कोई कार्रवाई नहीं हुई। कई महीने बाद पुलिस एक्शन दे विच आई ते मुलजम नूं छापेमारी कर उसदे घरों ही गिरफ्तार किया गया। ये NRI जो है वो रोहतक का है, रहने वाला है, और यहाँ टोहाना से जो है एक लड़की है, उसने उसके साथ शादी की थी। शादी के बाद जो है उनकी अनबन के कारण वो अमेरिका चला गया और उसने इसको अमेरिका साथ नहीं ले गया। तो उस बात पे जो है इनकी अनबन होने पर इसने दहेज का मुकदमा दर्ज कराया है, जिसमें कल आरोपी को जो है वो जो विदेश से यहाँ आया हुआ था उसको गिरफ्तार किया गया है। ये दहेज का जो है वो मामला दर्ज किया गया है। फिलहाल पुलिस मुलजम तो पुछगिछ दे विच जुटी हुई है। उधर पीड़िता मुलजम नूं सख्त तो सख्त सजा दिवाउण दी मंग कर रही है तां जो अजिहा कोई होर शख्स किसी कुड़ी दी जिंदगी दे नाल खिलवाड़ ना कर सके। फतेहाबाद तो जसपाल, न्यूज़ 18। ਹੁਣ ਖਬਰ ਅਸੀਂ ਲਵਾਂਗੇ ਹਰਿਆਣਾ ਦੇ ਪਲਵਲ ਤੋਂ, ਜਿੱਥੇ ਖੁਦ ਨੂੰ ਸਿਆਸੀ ਆਗੂ ਦੱਸ ਕੇ ਇੱਕ ਮਹਿਲਾ ਨੇ ਬਜ਼ੁਰਗ ਜੋੜੇ ਨੂੰ ਧੋਖਾ ਦਿੱਤਾ, ਗਲਤ ਢੰਗ ਦੇ ਨਾਲ ਹਸਤਾਖਰ ਕਰਵਾ ਲਏ ਤੇ ਇੱਕ ਕੇਸ ਦੇ ਵਿੱਚ ਫਰਜ਼ੀ ਗਵਾਹ ਵੀ ਬਣਾ ਦਿੱਤਾ। ਪਰ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਹੁਣ ਇਹ ਪੂਰਾ ਮਾਮਲਾ ਪਹੁੰਚ ਚੁੱਕਾ ਹੈ वो जो कहती है तो हमारे गवाह बनो, जबरदस्ती से गवाह बना रही है वो हमें, अंगूठा लगवा ले गई झूठो हम पे। और बेटा हम तो अपन मेहनत मजदूरी करके नहीं खावे, हम तो देश पर ही जो करके नहीं बेटा वो हमें बाको जो डरेगा भी हमें मार जाएंगे तीनों जने, यूँ धमकी दे रही है मार के आएंगे तुम्हें जेल में पहुँचाएंगे हम। बेटा हम तो घबराए डोने हमारे तो बच्चे ना पर रोने का। महिला ने बहुत ही शातिर तरीके नाल बजुर्ग जोड़े तो अंग्रेजी दे विच लिखे एफिडेविट दे उत्ते साइन करवा लए। ये एफिडेविट सरकारी मकान दे लई नहीं बल्कि किसी केस दे विच गवाही नूं लैके सी, जिस दा इन्हां दोनां दे नाल कोई लेना देना नहीं। और बहुत ज्यादा पैसा डाल रहे हैं साहब, तो हमें मर गए दम से जाए उसने बताओ ट्यूबवेल पे आते रहिए मतलब फिर मैं दूसरे रब तो का दम दे दिया उसने आज पता ही ना क्या धमकी देती है, क्या चाहती है वो? चाहती है जब तुम्हारी हम तो मजबूत नहीं है जी,
तुम जब बंद करवा दें तुमको छोड़ेंगे नहीं तो। कोई साइन वाइन करवाए हैं इंग्लिश के पेपरों पे? हाँ, इनके पेपर प्रधान का भले उनसे बतना में वो पढ़ के सुनाया उसने कुछ ना कुछ। इना ही नहीं, ਇਹ ਸ਼ਾਤਿਰ ਮਹਿਲਾ ਅਤੇ ਉਸ ਦਾ ਬੇਟਾ ਦੋਨੋਂ ਬਜ਼ੁਰਗਾਂ ਨੂੰ ਹੁਣ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਰਹੇ ਨੇ। ਇਸ ਲਈ ਦੋਵਾਂ ਨੇ ਪਲਵਲ ਦੇ ਵਿੱਚ ਆ ਕੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ। इस संबंध में हमारे को एक कंप्लेंट 28/10 को प्राप्त हुई थी कि एक मुकेश चौधरी और उसका लड़का जो है रिंकू वो हमारे घर यहाँ आए थे और हमारे को मकान प्लाट दिलवाने और मकान बनाने का लालच उन्होंने दिया था कि हम सरकार से तुम्हें प्लाट दिलवा देंगे और मकान बनवा देंगे। तो एक एफिडेविट उन्होंने लिया हुआ था और मेरे से उसने हस्ताक्षर करवा लिए। लेडीज से पूछताछ करी तो इसमें हमने मुकदमा दर्ज करा। इन्वेस्टिगेशन ਖੰਨਾ ਦੇ ਵਿੱਚ ਇੱਕ ਅਜਿਹੀ ਥਾਂ ਜੋ ਬਾਰੂਦ ਦੇ ਢੇਰ ਦੇ ਉੱਤੇ ਵਿਰਾਜਮਾਨ ਹੈ। ਇਸ ਦੇ ਵਿੱਚ ਸਮਾਜ ਦੇ ਦੁਸ਼ਮਣਾਂ ਦਾ ਤਾਂ ਹੱਥ ਹੈ ਹੀ, ਨਾਲ ਹੀ ਪੁਲਿਸ ਦੀ ਲਾਪਰਵਾਹੀ ਤੇ ਢਿੱਲੀ ਕਾਰਗੁਜ਼ਾਰੀ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ। ਦੀਵਾਲੀ ਤੋਂ ਪਹਿਲਾਂ ਅਜਿਹੀਆਂ ਤਸਵੀਰਾਂ ਤੁਹਾਨੂੰ ਹਤਾਸ਼, ਨਿਰਾਸ਼ ਤੇ ਪਰੇਸ਼ਾਨ ਕਰ ਸਕਦੀਆਂ ਨੇ। 14 ਤਰੀਕ ਨੂੰ ਦੀਵਾਲੀ ਤੇ ਉਸ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਸ ਲਈ ਕਿਉਂਕਿ ਜੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਤੁਹਾਨੂੰ ਦਿਖ ਰਹੀਆਂ ਨੇ ਉਹ ਦੱਸ ਰਹੀਆਂ ਨੇ ਕਿ ਕੁਝ ਲੋਕਾਂ ਨੂੰ ਕਾਨੂੰਨ ਦਾ ਭੋਰਾ ਵੀ ਡਰ ਨਹੀਂ। ਥਾਂ ਤੇ ਪਈਆਂ ਪਟਾਕਿਆਂ ਨਾਲ ਭਰੀਆਂ ਪੇਟੀਆਂ ਪ੍ਰਸ਼ਾਸਨ ਦੀ ਮੁਸਤੈਦੀ ਦੀਆਂ, ਕਿਵੇਂ ਅੱਗੇ ਦੱਸਦੇ ਹਾਂ। ਫਿਲਹਾਲ ਇਹ ਨਜ਼ਾਰਾ ਦੇਖੋ, ਕਿਤੇ ਬੰਬ ਤੇ ਕਿਤੇ ਫੁੱਲਝੜੀਆਂ ਦੇ ਡੱਬੇ, ਕਿਤੇ ਅਨਾਰ ਤੇ ਕਿਤੇ ਪਟਾਕੇ। ਦਰਅਸਲ ਇਹ ਨਜ਼ਾਰਾ ਹੈ ਇੱਕ ਕੋਇਲਾ ਗੋਦਾਮ ਦਾ। ਜੀ ਹਾਂ, ਤੁਸੀਂ ਸਹੀ ਸੁਣਿਆ, ਕੋਇਲੇ ਦਾ ਗੋਦਾਮ, ਜਿੱਥੇ ਲੱਕੜੀ ਨੂੰ ਸਾੜ ਕੇ ਕੋਇਲਾ ਬਣਾਇਆ ਜਾਂਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਕੋਇਲਾ ਗੋਦਾਮ 'ਚ ਪਟਾਕਿਆਂ ਦਾ ਕੀ ਕੰਮ, ਪਰ ਜਿਸ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਭੋਰਾ ਵੀ ਸਰੋਕਾਰ ਨਹੀਂ, ਉਸ ਲਈ ਪਟਾਕੇ ਕੋਇਲਾ ਗੋਦਾਮ 'ਚ ਹੋਣ ਜਾਂ ਦੁਕਾਨ 'ਚ ਹੋਣ ਕੀ ਫਰਕ ਪੈਂਦਾ ਹੈ। ਖੰਨਾ ਪੁਲਿਸ ਨੂੰ ਸੂਹ ਮਿਲੀ ਇਸੇ ਗੋਦਾਮ 'ਚ ਟਰੱਕਾਂ ਦੇ ਟਰੱਕ ਭਰ ਕੇ ਪਟਾਕੇ ਸਟੋਰ ਕੀਤੇ ਗਏ ਨੇ। ਜਦੋਂ CIA ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਤਾਂ ਵੇਖਿਆ ਕਿ ਇਹ ਤਾਂ ਕੋਇਲੇ ਦਾ ਗੋਦਾਮ ਹੈ, ਇੱਥੇ ਪਟਾਕੇ ਹੋ ਹੀ ਨਹੀਂ ਸਕਦੇ। ਪਰ ਸਰਚ ਦੇ ਦੌਰਾਨ ਇਸ ਥਾਂ ਤੇ ਜੋ ਪਟਾਕਿਆਂ ਦਾ ਜ਼ਖੀਰਾ ਬਰਾਮਦ ਹੋਇਆ ਉਸਨੇ ਪੁਲਿਸ ਵਾਲਿਆਂ ਦੇ ਹੋਸ਼ ਫਾਖਤਾ ਕਰ ਦਿੱਤੇ ਅਤੇ ਵੇਖਦੇ ਹੀ ਵੇਖਦੇ ਪੁਲਿਸ ਨੇ ਸਾਰੇ ਪਟਾਕੇ ਆਪਣੇ ਕਬਜ਼ੇ 'ਚ ਲੈ ਲਏ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਕੋਇਲੇ ਦੇ ਗੋਦਾਮ ਦੇ ਨੇੜੇ ਇੱਕ ਪੈਟਰੋਲ ਪੰਪ ਵੀ ਹੈ ਅਤੇ ਇਸੇ ਥਾਂ ਤੇ ਲੱਕੜੀ ਦੇ ਨਾਲ ਕੋਇਲਾ ਬਣਾਉਣ ਦਾ ਕੰਮ ਵੀ ਕੀਤਾ ਜਾਂਦਾ ਹੈ। ਯਾਨੀ ਪਟਾਕਿਆਂ ਤੱਕ ਸਿਰਫ ਇੱਕ ਚਿੰਗਾਰੀ ਪੂਰੇ ਇਲਾਕੇ ਦੇ ਲਈ ਕਾਲ ਦਾ ਸਬਬ ਬਣ ਸਕਦੀ ਸੀ, ਪਰ ਵਕਤ ਰਹਿੰਦੇ ਪੂਰਾ ਸਟਾਕ ਪੁਲਿਸ ਦੇ ਹੱਥੇ ਚੜ ਗਿਆ ਤੇ ਪੁਲਿਸ ਹੁਣ ਇਸ ਨੂੰ ਆਪਣੀ ਵੱਡੀ ਕਾਮਯਾਬੀ ਮੰਨ ਰਹੀ ਹੈ। ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ, ਬਾਹਲ ਪਿੰਡ ਮਾਜਰੀ ਵਿਖੇ ਗੋਦਾਮ ਵਿੱਚ ਜਿਹੜੇ ਹੈਗੇ ਬਿਨਾਂ ਲਾਇਸੈਂਸ, ਬਿਨਾਂ ਉਤੋਂ ਔਰ ਬਿਨਾਂ ਸਿਕਿਉਰਿਟੀ ਪਰਪਸ ਤੋਂ ਲਗਾਏ ਬਗੈਰ ਪਟਾਕੇ ਸਟੋਰ ਕੀਤੇ ਹੋਏ, ਜਿਸ ਤੇ ਇਸ ਗੋਦਾਮ ਤੇ ਆ ਕੇ ਰੇਡ ਕੀਤਾ ਗਿਆ, ਜਿੱਥੇ ਕਿ ਕਾਫੀ ਸਾਰੇ ਮਾਤਰਾ ਵਿੱਚ ਜਿਹੜੇ ਹੈਗੇ ਪਟਾਕੇ ਮਿਲੇ ਆ। ਅਜੇ ਗਿਣਤੀ ਚੱਲ ਰਹੀ ਹੈ, FIR ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਥਾਂ ਪਈਆਂ ਪਟਾਕਿਆਂ ਦੇ ਨਾਲ ਭਰੀਆਂ ਪੇਟੀਆਂ ਗਵਾਹੀ ਦੇ ਰਹੀਆਂ ਨੇ ਪ੍ਰਸ਼ਾਸਨ ਦੀ ਮੁਸਤੈਦੀ ਦੀਆਂ। ਉਹ ਇਸ ਤਰ੍ਹਾਂ ਕਿ ਸਾਰੇ ਪਟਾਕੇ ਨਾ ਤਾਂ ਅਸਮਾਨ ਤੋਂ ਇੱਥੇ ਡਿੱਗੇ ਨੇ ਅਤੇ ਨਾ ਹੀ ਪਤਾਲ 'ਚੋਂ ਬਾਹਰ ਆਏ ਨੇ। ਇਹ ਆਇਆ ਹੈ ਕਿਸੇ ਨਾ ਕਿਸੇ ਰਸਤੇ ਰਾਹੀਂ। ਉਹਨਾਂ ਰਸਤਿਆਂ 'ਚ ਖੜੀ ਪੁਲਿਸ ਦਾ ਆਪਣਾ ਖੁਫੀਆ ਤੰਤਰ ਦੱਸਦਾ ਹੈ ਕਿ ਕਿਤੇ ਨਾ ਕਿਤੇ ਢਿੱਲ ਤਾਂ ਹੋਈ ਹੈ। ਖੰਨਾ ਤੋਂ ਗੁਰਦੀਪ ਸਿੰਘ, ਨਿਊਜ਼ 18 ਪੰਜਾਬ। ਤਾਂ ਨਜਾਇਜ਼ ਤੌਰ ਤੇ ਪਟਾਕੇ ਰੱਖੇ ਗਏ ਨੇ, ਪਰ ਨਜਾਇਜ਼ ਮਾਈਨਿੰਗ ਵੀ ਧੜੱਲੇ ਦੇ ਨਾਲ ਪੰਜਾਬ 'ਚ ਜਾਰੀ ਹੈ। ਪੰਜਾਬ 'ਚ ਨਜਾਇਜ਼ ਮਾਈਨਿੰਗ ਤੇ ਰੋਕ ਨਹੀਂ ਲੱਗ ਰਹੀ। ਨਵਾਂ ਸ਼ਹਿਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ। ਪੁਲਿਸ ਨੇ ਨਜਾਇਜ਼ ਮਾਈਨਿੰਗ ਮਾਫੀਆ ਦੇ ਖਿਲਾਫ ਕਰੜਾ ਐਕਸ਼ਨ ਕੀਤਾ ਹੈ ਤੇ 4 ਮੁਲਜ਼ਮ ਕਾਬੂ ਕੀਤੇ ਨੇ। ਨਵਾਂ ਸ਼ਹਿਰ ਦੇ ਪਿੰਡ ਫਾਂਬੜਾ ਨੇੜੇ ਸਤਲੁਜ ਦਰਿਆ ਦੇ ਵਿੱਚ ਨਜਾਇਜ਼ ਮਾਈਨਿੰਗ ਧੜੱਲੇ ਦੇ ਨਾਲ ਜਾਰੀ ਹੈ। ਪੁਲਿਸ ਨੇ ਛਾਪੇਮਾਰੀ ਕੀਤੀ ਤੇ ਮਾਈਨਿੰਗ ਮਾਫੀਆ ਦੇ 4 ਲੋਕਾਂ ਨੂੰ ਮੌਕੇ ਤੋਂ ਗ੍ਰਿਫਤਾਰ ਵੀ ਕਰ ਲਿਆ। ਹਾਲਾਂਕਿ ਛਾਪੇਮਾਰੀ ਦੌਰਾਨ ਕਈ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਵੀ ਹੋ ਗਏ।
ਪਰ ਇਸ ਮੌਕੇ ਕਰੋੜਾਂ ਦੀ ਮਸ਼ੀਨਰੀ ਵੀ ਜ਼ਬਤ ਕੀਤੀ ਗਈ ਹੈ। ਉਧਰ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇਲੀਗਲ ਮਾਈਨਿੰਗ ਜਿਹੜੀ ਹੈਗੀ ਆ ਉਹ ਮੱਤੇਵਾੜਾ ਸਾਈਡ ਜਿਹੜੀ ਦਰਿਆ ਸਤਲੁਜ ਬੇਗੋਵਾਲ ਪਿੰਡ ਦੇ ਲਾਗੇ ਹੋ ਰਹੀ ਹੈਗੀ ਆ। ਉਹ ਫਿਰ ਇਮੀਡੀਏਟਲੀ ਸਾਡੇ ASI ਸਰਦਾਰ ਹਰਜਿੰਦਰ ਸਿੰਘ ਬਾਜਵਾ ਨੇ ਆਪਣੀ ਪੁਲਿਸ ਪਾਰਟੀ ਨਾਲ FIR ਲੌਂਚ ਕਰਕੇ ਰੇਡ ਕੀਤਾ ਸੀਗਾ। ਮੌਕੇ ਤੋਂ 4 ਪੋਕ ਲਾਈਨਾਂ ਤੇ 7 ਟਿੱਪਰ ਫੜੇ ਜੀ ਅਸੀਂ, ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ 4 ਜਿਹੜੇ ਟਰੱਕ ਟਿੱਪਰ ਆਪਰੇਟਰ ਹੈਗੇ ਆ ਉਹ ਵੀ ਅਰੈਸਟ ਕਰ ਲਿਆ ਜੀ। ਪੁਲਿਸ ਦਾਅਵਾ ਕਰ ਰਹੀ ਹੈ ਕਿ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋ ਸਕਦੇ ਨੇ। 4 ਮੁਲਜ਼ਮ ਕਾਬੂ ਕਰ ਲਏ ਗਏ ਨੇ, ਜਦਕਿ 4 ਪੋਕਲੇਨ ਮਸ਼ੀਨਾਂ ਅਤੇ 7 ਟਿੱਪਰ ਵੀ ਜ਼ਬਤ ਕੀਤੇ ਗਏ ਨੇ। ਟਿੱਪਰਾਂ ਦੇ ਨਾਲ ਉਹਨਾਂ ਨੇ ਆਇਡੈਂਟੀਫਾਈ ਕਰ ਲਿਆ ਕਿ ਅਸੀਂ ਆਹ ਜਿਹੜੇ ਟਿੱਪਰ ਹੈਗੇ ਆ ਇਹਨਾਂ ਦੇ ਡਰਾਈਵਰ ਆ, ਔਰ ਜਿਹੜੇ ਉਹਨਾਂ ਦੇ ਮਾਲਕ ਹੈਗੇ ਆ ਉਹ ਉਹਨਾਂ ਨੇ ਨੋਮੀਨੇਟ ਕਰਵਾ ਦਿੱਤੇ ਹੈਗੇ ਆ। ਤੇ ਇਨ ਫਰਦਰ ਇਹ ਮੈਟਰ ਇਨਵੈਸਟੀਗੇਸ਼ਨ ਨਾਲ ਰਿਲੇਟਡ ਹੈ, ਕੰਸਰਨ ਹੈਗਾ। ਅਸੀਂ ਹੁਣ ਇਸ ਸਟੇਜ ਤੇ ਜੀ ਡਿਸਕਲੋਜ਼ ਕਰਦੇ ਹੈਗੇ ਆ ਤੇ ਉਹ ਦੂਰ ਜਾ ਸਕਦੇ ਸਾਡੇ ਤੋਂ। ਨਜਾਇਜ਼ ਮਾਈਨਿੰਗ ਦੇ ਨਾਲ ਸਰਕਾਰ ਨੂੰ ਅਰਬਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਪਰ ਸਰਕਾਰ ਵੱਲੋਂ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਤਾਂ ਕਹੀ ਜਾ ਰਹੀ ਹੈ। ਪਰ ਸਵਾਲ ਹੈ ਕਿ ਆਖਿਰ ਬੇਖੌਫ ਹੋ ਕੇ ਕਿਵੇਂ ਇਸ ਤਰੀਕੇ ਨਾਲ ਮਾਈਨਿੰਗ ਦਾ ਕੰਮ ਧੜੱਲੇ ਨਾਲ ਜਾਰੀ ਹੈ। ਨਵਾਂ ਸ਼ਹਿਰ ਤੋਂ ਸ਼ੈਲੇਸ਼ ਕੁਮਾਰ, ਨਿਊਜ਼ 18 ਪੰਜਾਬ। ਹੁਣ ਗੱਲ ਚੰਡੀਗੜ੍ਹ ਦੀ। ਚੰਡੀਗੜ੍ਹ ਦੇ ਮੌਲੀ ਜਾਗਰਾਂ ਦੀ, ਜਿੱਥੇ ਘਰ ਦੇ ਬਾਹਰ ਪਾਰਕਿੰਗ ਨੂੰ ਲੈ ਕੇ 2 ਧਿਰਾਂ ਦੇ ਵਿਚਾਲੇ ਵਿਵਾਦ ਹੋ ਗਿਆ। ਦੇਖਦੇ ਹੀ ਦੇਖਦੇ ਮਾਮੂਲੀ ਜਿਹੀ ਲੜਾਈ ਇਸ ਕਦਰ ਵੱਧ ਗਈ ਕਿ ਦੋਵੇਂ ਧਿਰਾਂ ਇੱਕ ਦੂਜੇ ਦੀ ਜਾਨ ਦੀਆਂ ਦੁਸ਼ਮਣ ਬਣ ਗਈਆਂ। ਹੱਥੋਂ ਪਾਈ ਦੀਆਂ ਇਹ ਤਸਵੀਰਾਂ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਮੌਲੀ ਜਾਗਰਾ ਇਲਾਕੇ ਦੀਆਂ ਨੇ, ਜਿੱਥੇ 2 ਧਿਰਾਂ ਇੱਕ ਦੂਜੇ ਦੀ ਜਾਨ ਦੀ ਦੁਸ਼ਮਣ ਬਣੀਆਂ ਨੇ। ਮਾਮਲਾ ਘਰ ਦੇ ਬਾਹਰ ਬਾਈਕ ਪਾਰਕਿੰਗ ਤੋਂ ਸ਼ੁਰੂ ਹੋਇਆ, ਜੋ ਬਾਅਦ ਦੇ ਵਿੱਚ ਵਿਵਾਦ ਦਾ ਰੂਪ ਧਾਰ ਗਿਆ ਤੇ ਇਸੇ ਨੂੰ ਲੈ ਕੇ 2 ਧਿਰਾਂ ਆਮੋ ਸਾਹਮਣੇ ਹੋ ਗਈਆਂ। ਦੋਵਾਂ ਵਿਚਾਲੇ ਤੂੰ ਮੈਂ ਤੋਂ ਗੱਲ ਸ਼ੁਰੂ ਹੋਈ, ਜਿਹੜੀ ਹੱਥੋਂ ਪਾਈ ਤੱਕ ਪਹੁੰਚ ਗਈ। ਜਮ ਕੇ ਡੰਡੇ ਧੱਕੇ ਮੁੱਕੀਆਂ ਚੱਲੇ। ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੌਰਤਲਬ ਹੈ ਕਿ ਕੋਈ ਪਹਿਲਾ ਮਾਮਲਾ ਨਹੀਂ, ਬਲਕਿ ਚੰਡੀਗੜ੍ਹ 'ਚ ਆਏ ਦਿਨ ਘਰ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਹੁੰਦਾ ਹੀ ਰਹਿੰਦਾ ਹੈ। ਫਿਲਹਾਲ ਪੁਲਿਸ ਦੋਵੇਂ ਧਿਰਾਂ ਖਿਲਾਫ ਕਾਰਵਾਈ ਦੀ ਗੱਲ ਕਹਿ ਰਹੀ ਹੈ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ। ਖਬਰ ਜੋ ਮੁੱਦਾ ਬਣੇ ਦੇ ਵਿੱਚ ਅੱਜ ਦੇ ਲਈ ਨਹੀਂ, ਇਜਾਜ਼ਤ ਦਿਓ, ਧੰਨਵਾਦ।